ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਧਨ ਸੋ ਵੇਲਾ ਘੜੀ ਧਨ ਧਨ ਮੂਰਤ ਪਲਸਾਰ। ਧਨ ਸੋ ਦਿਨਸ ਸੰਜੋਗੜਾ ਜਿਤ ਡਿਠਾ ਗੁਰ ਦਰਸਾਰ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੈ ਜਗ ਬਉਰਾਨੰ। ਪੂਰਾ ਵੈਰਾਗੀ ਸਹਿਜ ਸੁਭਾਗੀ ਸਚ ਨਾਨਕ ਮਨ ਮਾਨੰ। ਮੈਂ ਗਰੀਬ ਸਚ ਟੇਕ ਤੂੰ ਮੇਰੇ ਸਤਿਗੁਰ ਪੂਰੇ। ਦੇਖ ਤੁਮਾਰਾ ਦਰਸ਼ਨ ਮੇਰਾ ਮਨ ਧੀਰੇ। ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨ ਭਰਿਆ। ਸਤਿਗੁਰ ਆਇਓ ਸਰਣ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਹੇ ਹਮਾਰੀ। ਸਤਿਗੁਰ ਆਇਓ ਸਰਣ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਹੇ ਹਮਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪ ਜੀ ਭਾਗਾਂ ਵਾਲੇ ਹੋ ਜੋ ਦੀਨ ਦੁਨੀਆ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਸਭ ਧਰਮਾਂ ਦੇ ਸਾਂਝੇ ਰਹਿਬਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਆਪ ਵਿਰਾਜੇ ਹੋ। ਸਤਸੰਗ ਰੂਪ ਹੋ ਕਰਕੇ ਆਪ ਜੀ ਉਹ ਸੱਚੇ ਦੇ ਚਰਨਾਂ ਦੇ ਵਿੱਚ ਉਹ ਸੱਚੇ ਦੀ ਸੰਗਤ ਦਾ ਇੱਕ ਅੰਗ ਬਣੇ ਹੋ। ਆਪ ਜੀ ਉਹ ਸੱਚੇ ਸਿਰਜਣਹਾਰ ਦੇ ਦਰਸ਼ਨ ਦੀਦਾਰੇ ਆਪ ਜੀ ਨੂੰ ਪ੍ਰਾਪਤ ਹੋ ਰਹੇ ਨੇ। ਭਾਗਾਂ ਵਾਲੇ ਹੋ ਜੋ ਗੁਰਬਾਣੀ ਦੇ ਲੜ ਲੱਗੇ ਹੋ, ਗੁਰਬਾਣੀ ਦੇ ਰਸੀਓ, ਨਾਮ ਦੇ ਰਸੀਓ। ਭਾਗਾਂ ਵਾਲੇ ਹੋ ਸਤਿਗੁਰੂ ਪਾਤਸ਼ਾਹ ਟੁੱਟ ਕਰਕੇ ਆਪ ਜੀਆਂ ਨੂੰ ਦਾਤ ਅੰਮ੍ਰਿਤ ਵੇਲੇ ਦੀ ਬਖਸ਼ਿਸ਼ ਕਰ ਰਹੇ ਨੇ ਔਰ ਅੰਮ੍ਰਿਤ ਵੇਲੇ ਤੋਂ ਹੀ ਆਪਣੇ ਸਿੰਘਾਸਨਾਂ ਦੇ ਉੱਪਰ ਪ੍ਰਕਾਸ਼ਵਾਨ ਹੋ ਕਰਕੇ ਖੁੱਲੇ ਦਰਸ਼ਨ ਦੀਦਾਰਿਆਂ ਦੀ ਬਖਸ਼ਿਸ਼ ਕਰ ਰਹੇ ਨੇ। ਸਤਿਗੁਰੂ ਪਾਤਸ਼ਾਹ ਸਦਾ ਬੇਅੰਤ ਦਾਤਾਂ ਦਾ ਮਾਲਕ ਆਪ ਟੁੱਟਾਏ ਤੇ ਆਪ ਜੀ ਨੂੰ ਉਹ ਨਾਮ ਦੀ ਦਾਤ, ਉਹ ਗੁਰਬਾਣੀ ਦੇ ਨਾਲ ਪ੍ਰੇਮ ਦੀ ਦਾਤ, ਚਰਨਾਂ ਦੇ ਨਾਲ ਇਸ਼ਕ ਦੀ ਦਾਤ ਆਪ ਜੀਆਂ ਨੂੰ ਬਖਸ਼ਿਸ਼ ਕਰ ਰਹੇ ਨੇ। ਭਾਗਾਂ ਵਾਲੇ ਹੋ, ਆਓ ਚੱਲ ਰਹੀ ਲੜੀਵਾਰ ਕਥਾ ਵਿਚਾਰ ਜੋ
ਚੱਲ ਰਹੀ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਪੰਜਵੇਂ ਜਾਮੇ ਦੇ ਅੰਦਰ ਹੋ ਕਰਕੇ ਸਾਨੂੰ ਗੁਰ ਉਪਦੇਸ਼ ਬਖਸ਼ਿਸ਼ ਪਾਈ ਕਰਦੇ ਨੇ, ਸਿੱਖਿਆ ਪ੍ਰਦਾਨ ਕਰਦੇ ਨੇ, ਸਾਨੂੰ ਸਮਝਾਉਣਾ ਕਰਦੇ ਨੇ। ਜੀਵ ਤੂੰ ਬੇਅਰਥ ਚੱਲ ਰਿਹਾ ਹੈ, ਤੇਰੇ ਇੱਥੇ ਆਉਣ ਦਾ ਅਰਥ ਕੋਈ ਨਹੀਂ, ਤੂੰ ਮਾਇਆ ਦੀ ਖਿੜ ਦੇ ਅੰਦਰ ਫਸਿਆ ਹੈ। ਇਸ ਮਾਇਆ ਦੇ ਸਦਕਾ ਤੇਰਾ ਇਸ ਸ੍ਰਿਸ਼ਟੀ ਦੇ ਵਿੱਚੋਂ ਪਾਰ ਉਤਾਰਾ ਨਹੀਂ ਹੋਣਾ। ਹਾਂ, ਤੇਰੇ ਮਨ ਨੂੰ ਇਹ ਮਾਇਆ ਦੀ ਖੇਡ ਚੰਗੀ ਲੱਗਦੀ ਹੈ, ਇਹ ਮਿਲੀਆਂ ਦਾਤਾਂ ਚੰਗੀਆਂ ਲੱਗਦੀਆਂ ਨੇ, ਪਰ ਤੂੰ ਅਗਿਆਨ ਹੈ। ਤੈਨੂੰ ਨਹੀਂ ਪਤਾ ਤੇਰਾ ਰਚਨਹਾਰੇ ਨੇ ਕਿਸ ਮਕਸਦ ਨਾਲ ਤੈਨੂੰ ਇੱਥੇ ਭੇਜਿਆ। ਆਪ ਜੀ ਉਸ ਸੱਚੇ ਸਿਰਜਣਹਾਰ, ਉਸ ਦੀਨ ਦੁਨੀਆ ਦੇ ਮਾਲਕ ਦੀ ਬਾਤ ਨੂੰ ਜਾਣਨਾ ਕਰੋ। ਆਓ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ, ਉਸ ਲੜੀ ਨੂੰ ਜੋੜਦਿਆਂ ਗੁਰੂ ਉਪਦੇਸ਼ ਆਪ ਜੀਆਂ ਨਾਲ ਸਾਂਝਾ ਕਰ ਸਕੀਏ। ਗੱਜ ਵੱਜ ਕੇ ਬੁਲਾਓ ਫਤਿਹ, ਬਖਸ਼ੋ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦਾ ਮਾਲਕ, ਉਹ ਸੱਚਾ ਸਿਰਜਣਹਾਰ, ਆਪ ਇਸ ਧਰਤੀ ਦੇ ਉੱਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਦੇ ਸਵਰੂਪ ਦੇ ਅੰਦਰ ਇਸ ਦੀਨ ਦੁਨੀਆ ਨੂੰ ਤਾਰਨ ਦੇ ਵਾਸਤੇ, ਇਸ ਉਲਝੀ ਹੋਈ ਕਾਇਨਾਤ ਨੂੰ ਸਿੱਧੇ ਰਸਤੇ ਪਾਉਣ ਦੇ ਵਾਸਤੇ ਆਪ ਕਲਾ ਧਾਰ ਕੇ ਇਸ ਜਗ ਦੇ ਵਿੱਚ ਪਰਵਰਿਆ, ਆਪ ਵਿਚਰਿਆ ਸੱਚਾ ਸਿਰਜਣਹਾਰ। ਔਰ ਪੰਜਵੇਂ ਜਾਮੇ ਦੇ ਅੰਦਰ ਆ ਕਰਕੇ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਔਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਰ ਰੋਜ਼ ਜਿਸ ਤਰ੍ਹਾਂ ਦੀਵਾਨ ਸਜਦੇ ਨੇ, ਗੁਰਬਾਣੀ ਦੇ ਨਾਲ ਪ੍ਰੇਮ ਲੱਗਦਾ ਹੈ, ਤੇ ਸਿੱਖਾਂ ਨੇ ਆ ਕਰਕੇ ਗੁਰੂ ਸਾਹਿਬ ਪਾਸ ਬੇਨਤੀ ਕੀਤੀ, ਸਤਿਗੁਰੂ ਜੀ ਸਾਨੂੰ ਸਮਝਾਉਣਾ ਕਰੋ, ਸਾਨੂੰ ਦੱਸਣਾ ਕਰੋ ਕਿ ਇਹ ਜਿਹੜੀ ਸ੍ਰਿਸ਼ਟੀ ਹੈ, ਇਹਦੀ ਰਚਨਾ ਕਿਵੇਂ ਹੋਈ ਹੈ। ਇਹਦੇ ਸੰਬੰਧ ਦੇ ਵਿੱਚ ਅਨੇਕਾਂ ਮਤ ਨੇ, ਅਨੇਕਾਂ ਧਰਮ ਨੇ, ਤੇ ਜਿਨ੍ਹਾਂ ਨੇ ਵੱਖਰੇ ਵੱਖਰੇ ਵਿਚਾਰ ਕੀਤੇ ਨੇ। ਕੋਈ ਕਿਤੋਂ ਕਹਿੰਦਾ, ਕੋਈ ਕਿਤੋਂ ਕਹਿੰਦਾ, ਭਾਵ ਕਿ ਕੋਈ ਤਾਂ ਕਹਿੰਦਾ ਕਿ ਜਿਹੜੀ ਸ੍ਰਿਸ਼ਟੀ ਹੈ ਪਰਮਾਣੂ ਤੋਂ ਬਣੀ ਹੈ, ਕੋਈ ਕਹਿੰਦਾ ਕਰਮਾਂ ਦੇ ਕਰਕੇ ਰਚਿਤ ਹੋਈ ਹੈ, ਤੇ ਕੋਈ ਕਹਿੰਦਾ ਇਹ ਸਿੱਧਾਂ ਨੇ ਬਣਾਈ ਹੈ। ਅਗਿਆਨ ਕਰਕੇ ਜਿਹੜੀ ਸ੍ਰਿਸ਼ਟੀ ਇਹ ਹੋਂਦ ਵਿੱਚ ਆ ਗਈ। ਤੇ ਅਨੇਕਾਂ ਸਮਿਆਂ ਦੀ ਬਾਤ ਕਰੀਏ, ਅਨੇਕਾਂ ਕਾਲ ਇਸ ਸ੍ਰਿਸ਼ਟੀ ਦਾ ਕਾਰਨ ਮੰਨਿਆ ਗਿਆ ਹੈ, ਪਰ ਕਈ ਮਤ ਇਸ ਮਾਇਆ ਤੋਂ ਬਣੀ ਸ੍ਰਿਸ਼ਟੀ ਦੱਸਦੇ ਨੇ। ਮਾਇਆ ਸਦਕਾ ਉਤਪਤੀ ਮੰਨਦੇ ਨੇ, ਪਰ ਅਨੇਕ ਵਿਚਾਰ ਨੇ, ਅਨੇਕਾਂ ਤਰ੍ਹਾਂ ਦੇ ਮਤ, ਅਨੇਕਾਂ ਤਰ੍ਹਾਂ ਦੇ ਧਰਮ, ਅਨੇਕਾਂ ਵਿਦਵਾਨਾਂ ਨੇ ਆਪਸ ਦੇ ਵਿੱਚ ਕੋਈ ਸਹਿਮਤੀ ਨਹੀਂ ਜਤਾਈ ਕਿ ਇਸ ਸ੍ਰਿਸ਼ਟੀ ਦਾ ਕੀ ਕਾਰਨ ਹੈ। ਤਾਂ ਸਿੱਖਾਂ ਨੇ ਸੱਚੇ ਪਾਤਸ਼ਾਹ ਦੇ ਪਾਸ ਅਰਦਾਸ ਕੀਤੀ ਹੈ, ਜੋਦੜੀ ਕੀਤੀ ਹੈ, ਆ ਕਰਕੇ ਬੇਨਤੀ ਕੀਤੀ ਕਿ ਸਤਿਗੁਰੂ, ਹੇ ਸੱਚੇ ਪਾਤਸ਼ਾਹ, ਆਪ ਜੀ ਸਾਨੂੰ ਦੱਸਣਾ ਕਰੋ, ਇਸ ਬਾਬਤ ਸਮਝਾਉਣਾ ਕਰੋ ਕਿ ਸ੍ਰਿਸ਼ਟੀ ਦੀ ਰਚਨਾ ਕਿਵੇਂ ਹੋਈ। ਗੁਰਸਿੱਖਾਂ ਦੇ ਇਸ ਵਿਚਾਰ ਦੇ ਸਦਕਾ ਜਿਹੜੀ ਸ਼ੰਕਾ ਪੈਦਾ ਹੋਈ ਹੈ, ਉਸ ਸੰਸ਼ੇ ਦੀ ਨਿਵਰਤੀ ਕਰਨ ਦੇ ਲਈ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪੰਜਵੇਂ ਗੁਰੂ ਨਾਨਕ ਸ੍ਰੀ ਰਾਗ ਦੇ ਅੰਦਰ ਅਸੀਂ ਪੜ੍ਹ ਕੇ ਆਏ ਹਾਂ। ਸ੍ਰੀ ਰਾਗ ਮਹੱਲਾ ਪੰਜਵਾਂ, ਨਾਲ ਪੜ੍ਹਿਆ ਘਰ ਛੇਵਾਂ, ਭਾਵ ਕਿ ਛੇਵੇਂ ਘਰ ਦੇ ਅੰਦਰ, ਛੇਵੇਂ ਸੁਰ ਤਾਲ ਦੇ ਅੰਦਰ ਸਮਝਾਉਣਾ ਕੀਤਾ, ਬਾਣੀ ਦਾ ਉਚਾਰਨ ਕੀਤਾ ਹੈ। ਸਾਨੂੰ ਗੁਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸ੍ਰੀ ਰਾਗ ਮਹੱਲਾ ਪੰਜਵਾ, ਕਰ ਛੇਵਾ। ਕਰਨ ਕਾਰਨ ਏਕ ਉਹੀ, ਜਿਨ ਕੀਆ ਆਕਾਰ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਿੱਖਾਂ ਤਾਈਂ ਉਪਦੇਸ਼ ਬਖਸ਼ਿਸ਼ ਕਰਦੇ ਨੇ। ਭਾਈ, ਹੇ ਗੁਰਸਿੱਖੋ, ਹੇ ਜੀਵ, ਹੇ ਜਗਿਆਸੂ ਜਣੋ, ਇਸ ਸ੍ਰਿਸ਼ਟੀ ਦੀ ਉਤਪਤੀ ਦਾ ਕਾਰਨ ਜਿੰਨੇ ਵੀ ਮੰਨੇ ਗਏ ਨੇ, ਕਈ ਮਾਇਆ ਤੋਂ ਬਣੀ ਹੈ, ਪਰਮਾਣੂ ਤੋਂ ਬਣੀ ਹੈ, ਕਰਮਾਂ ਤੋਂ ਬਣੀ ਹੈ, ਸਿੱਧਾਂ ਨੇ ਕੀਤਾ, ਗਿਆਨ ਕਰਕੇ ਬਣ ਗਈ। ਇਹ ਜਿੰਨੇ ਵੀ ਵਿਚਾਰ ਹੋਏ ਨੇ,
ਉਹਨਾਂ ਸਾਰਿਆਂ ਕਾਰਨਾਂ ਦਾ ਕਰਤਾ ਤਾਂ ਇੱਕੋ ਹੀ ਹੈ। ਕਾਰਨ ਇੱਕ ਉਹੀ, ਚਾਹੇ ਮਾਇਆ ਤੋਂ ਬਣਦੀ ਹੈ, ਪਰਮਾਣੂ ਤੋਂ ਬਣਦੀ ਹੈ, ਪਰ ਉਸ ਮਾਇਆ ਉਸ ਪਰਮਾਣੂ ਨੂੰ ਬਣਾਉਣ ਵਾਲਾ ਤਾਂ ਉਹ ਵਾਹਿਗੁਰੂ ਇੱਕੋ ਹੀ ਹੈ। ਕਾਲ ਦੀ ਗੱਲ ਕਰੀਏ, ਕਾਲ ਵੀ ਉਸ ਪਰਮੇਸ਼ਰ ਦੇ ਅਧੀਨ ਹੈ। ਕਾਲ ਦਾ ਕਰਤਾ ਵੀ ਸੱਚਾ ਸਿਰਜਣਹਾਰ ਹੈ। ਜੇ ਪਰਮਾਣੂ ਦਾ ਕਾਰਨ ਮੰਨੀਏ ਤਾਂ ਉਸ ਸਥਿਰ ਨੂੰ ਚੇਤਨਤਾ ਦੇਣ ਵਾਲਾ ਵੀ ਉਹ ਸੱਚਾ ਸਿਰਜਣਹਾਰ ਆਪ ਹੈ। ਕਿਉਂਕਿ ਸਭ ਕੁਝ ਜੜਤਾ ਹੈ। ਜਦੋਂ ਸਾਡੇ ਸਰੀਰ ਦੇ ਅੰਦਰੋਂ ਇਹ ਪ੍ਰਾਣ ਚਲੇ ਜਾਂਦੇ ਨੇ ਤੇ ਅਸੀਂ ਵੀ ਜੜਤਾ ਹੋ ਜਾਂਦੇ ਆ, ਭਵ ਕੇ ਹਿੱਲ ਨਹੀਂ ਸਕਦੇ। ਤੇ ਸਾਡੇ ਪ੍ਰਾਣਾਂ ਨੂੰ ਦੇਣ ਵਾਲਾ, ਲੈ ਜਾਣ ਵਾਲਾ ਉਹ ਕਾਰਨ ਇੱਕੋ ਹੀ ਹੈ। ਤੇ ਜਦੋਂ ਸਾਡੇ ਸਰੀਰ ਦੇ ਅੰਦਰ ਇਹ ਸਵਾਸ ਚੱਲਦੇ ਨੇ, ਜਿਹੜੇ ਉਹਨੇ ਬਖਸ਼ਿਸ਼ ਕੀਤੇ ਨੇ, ਉਹਦੀ ਇੱਛਾ ਦੇ ਸਦਕਾ ਮਿਲਦੇ ਨੇ। ਜੇ ਅਸੀਂ ਅਗਿਆਨ ਨੂੰ ਸ੍ਰਿਸ਼ਟੀ ਦਾ ਕਰਤਾ ਮੰਨੀਏ ਤਾਂ ਉਹ ਵੀ ਜੜਤਾ 'ਚ ਹੈ। ਸਭ ਕਾਸੇ ਨੂੰ ਸਤਿਗੁਰੂ ਜੀ ਆਪ ਸੱਤਾ ਦੇਣ ਵਾਲੇ ਨੇ। ਉਹ ਦੀਨ ਦੁਨੀਆ ਦਾ ਮਾਲਕ, ਆਪ ਸਭ ਨੂੰ ਚਲਾਉਣ ਵਾਲਾ, ਬਣਾਉਣ ਵਾਲਾ ਏ। ਫੁਰਮਾਨ ਦੇ ਕਰਕੇ ਸਮਝਾਉਣਾ ਕੀਤਾ ਗੁਰਬਾਣੀ ਅੰਦਰ, ਅਗਿਆਨ ਲਾਏ ਸਵਾਲਿਆ, ਗੁਰ ਗਿਆਨ ਲਾਏ ਜਗਾਵੈ ਗੋ। ਸਮਝਾਉਣਾ ਕੀਤਾ ਸਾਨੂੰ ਸਤਿਗੁਰੂ ਪਾਤਸ਼ਾਹ ਨੇ, ਕਾਰਜ ਕਰਨ ਤੋਂ ਭਾਵ ਕਿ ਜੇ ਕਰਤਾ ਨਾ ਹੋਵੇ ਤਾਂ ਕੋਈ ਕਾਰਜ ਨਹੀਂ ਹੁੰਦਾ। ਉਹ ਕਰਤਾ ਕਰਨ ਵਾਲਾ, ਸਭ ਸ੍ਰਿਸ਼ਟੀ ਨੂੰ ਚਲਾਉਣ ਵਾਲਾ, ਸਭ ਨੂੰ ਰਿਜ਼ਕ ਦੇਣ ਵਾਲਾ ਆਪ ਹੈ। ਜਿਸ ਤਰ੍ਹਾਂ ਹਰ ਰੋਜ਼ ਨਿਤ ਨਿਮਿਤ ਤੇ ਉਤ ਉਪਦਾਨ ਇਹ ਕਾਰਨ ਮੰਨੇ ਜਾਂਦੇ ਨੇ। ਘੜੇ ਦਾ ਜਿਹੜਾ ਮਿੱਟੀ ਦਾ ਉਪਾਦਾਨ ਕਰਨਾ ਹੈ, ਜਿਵੇਂ ਜਿਹੜਾ ਘੁਮਿਆਰ ਹੈ ਉਹ ਡੰਡੇ ਦੇ ਨਾਲ ਚੱਕ ਘੁਮਾਉਂਦਾ ਹੈ, ਤਾਂ ਉਹ ਚੱਕ ਦੇ ਘੁੰਮਣ ਦੇ ਸਦਕਾ ਮਿੱਟੀ ਦੇ ਅੰਦਰ ਜਿਹੜਾ ਫੈਲਾਅ ਆਉਣਾ ਹੈ, ਮਿੱਟੀ ਨੇ ਆਕਾਰ ਬਦਲਣਾ ਹੈ, ਉਸ ਮਿੱਟੀ ਤੋਂ ਘੜੇ ਨੇ ਬਣਨਾ ਹੈ। ਉਹ ਚੱਕ ਦੇ ਸਦਕਾ ਭਾਵ ਕੇ ਘੁਮਾਉਣ ਵਾਲਾ ਉਹ ਘੁਮਿਆਰ ਹੋ ਗਿਆ। ਇਸੇ ਤਰ੍ਹਾਂ ਹੀ ਸੱਚਾ ਸਿਰਜਣਹਾਰ ਹੈ ਜੋ ਇਸ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ। ਉਹ ਤਿੰਨ ਗੁਣ ਬਖਸ਼ਿਸ਼ ਕਰਦਾ ਹੈ, ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ। ਉਹਨੇ ਇਹ ਤਿੰਨ ਗੁਣ ਪੈਦਾ ਕੀਤੇ ਨੇ ਤੇ ਸਾਰੇ ਕਾਰਜ ਕਰਨ ਵਾਲਾ ਇੱਕ ਉਹ ਆਪ ਪਰਮੇਸ਼ਰ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ। ਉਹ ਸਭ ਨੂੰ, ਇਸ ਜਗਤ ਨੂੰ ਉਹ ਪਾਲਣਹਾਰ ਹੈ, ਗੋਪਾਲ ਹੈ ਉਹ। ਤੇ ਇਹ ਬਾਤ ਸਿੱਖਾਂ ਤਾਈਂ ਗੁਰੂ ਸਾਹਿਬ ਸਮਝਾਉਣਾ ਕਰਦੇ ਹਨ। ਤਿਸੇ ਧਿਆਵੋ ਮਨ ਮੇਰੇ ਸਰਬ ਕੋ ਆਧਾਰ। ਸਤਿਗੁਰੂ ਪਾਤਸ਼ਾਹ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ, ਤਿਸ ਹੈ ਧਿਆਵੋ ਮਨ ਮੇਰੇ ਸਰਬ ਕੋ ਆਕਾਰ। ਤਿਸ ਹੈ ਭਾਵ ਕੇ ਉਸੇ ਨੂੰ, ਕਿਹਨੂੰ? ਜਿਹੜਾ ਸਭ ਨੂੰ ਆਕਾਰ ਦੇਣ ਵਾਲਾ ਹੈ, ਜਿਹੜਾ ਸਭ ਨੂੰ ਆਧਾਰ ਦੇਣ ਵਾਲਾ ਹੈ, ਜਿਹੜਾ ਸਭ ਦੀ ਬਣਤਰ ਬਣਾਉਣ ਵਾਲਾ ਹੈ, ਜਿਹੜਾ ਸਭ ਦੇ ਸਵਾਸ ਚਲਾਉਣ ਵਾਲਾ ਹੈ। ਤੇ ਸਮਝਾਉਣਾ ਕਰਦੇ ਨੇ ਪਾਤਸ਼ਾਹ ਜੀ, ਤਿਸ ਹੈ ਧਿਆਵੋ ਮਨ ਮੇਰੇ। ਹੇ ਮੇਰੇ ਮਨਾ, ਤੂੰ ਉਸੇ ਸੱਚੇ ਸਿਰਜਣਹਾਰ ਨੂੰ ਧਿਆਉਣਾ ਕਰ। ਉਸ ਅੱਲਾਹ, ਉਸ ਵਾਹਿਗੁਰੂ, ਉਸ ਰਮੇ ਹੋਏ ਰਾਮ ਨੂੰ ਤੂੰ ਧਿਆਉਣਾ ਕਰ, ਜੋ ਸਰਬ ਵਿਆਪਕ ਹੈ, ਸਰਬ ਦੇ ਅੰਦਰ, ਸਭ ਦੇ ਅੰਦਰ ਵਸਦਾ ਹੈ, ਸਮਸਤ ਇੱਕ ਜੋਤ ਹੈ। ਤੇ ਤੂੰ ਉਸ ਦਾ ਆਸਰਾ ਲੈਣਾ ਕਰ। ਗੁਰ ਕੇ ਚਰਨ ਮਨ ਮਹਿ ਧਿਆਏ। ਹੇ ਜੀਵ, ਹੇ ਗੁਰਸਿੱਖੋ, ਤੁਸੀਂ ਮਨ ਨੂੰ ਇਕਾਗਰ ਕਰੋ, ਸੁਰਤੀਆਂ ਬ੍ਰਿਤੀਆਂ ਨੂੰ ਜੋੜਨਾ ਕਰੋ
ਤੇ ਗੁਰੂ ਕੇ ਚਰਨ ਮਨ ਮੈਂ ਧਿਆਏ, ਭਾਵ ਕਿ ਉਹਦਾ ਆਸਰਾ ਤੱਕਣਾ ਕਰੋ, ਉਹਦੇ ਸਦਕਾ ਆਪਣੇ ਇਸ ਜੀਵਨ ਦੇ ਅੰਦਰ ਉਹਦੇ ਬਖਸ਼ੇ ਹੋਏ ਉਪਦੇਸ਼ ਦੇ ਨਾਲ ਚੱਲਣਾ ਕਰੋ। ਜਿਸ ਤਰ੍ਹਾਂ ਇਹ ਤਨ ਹੈ ਖੁਰਾਕ ਦੇ ਬਿਨਾਂ ਨਹੀਂ ਚੱਲਦਾ, ਤੇ ਇਸ ਮਨ ਨੂੰ ਵੀ ਆਪ ਖੁਰਾਕ ਦੇ ਨਾਲ ਚਲਾਓ। ਪਰ ਮਨ ਦੀ ਖੁਰਾਕ ਕੀ ਹੈ? ਉਸ ਸੱਚੇ ਸਿਰਜਣਹਾਰ ਦੀ ਸਿਫਤ ਸਲਾਹ, ਨਾਮ ਜਪਣਾ, ਗੁਰਬਾਣੀ ਪੜ੍ਹਨੀ, ਉਹਦੇ ਪ੍ਰੇਮ ਦੇ ਅੰਦਰ ਭਿੱਜ ਜਾਣਾ, ਸੇਵਾ ਕਰਨੀ, ਭਾਵ ਕਿ ਟਹਿਲ ਕਮਾਉਣੀ, ਇਹ ਕਾਰਜ ਕਰਨਾ ਕਰ। ਗੁਰ ਕੇ ਚਰਨ ਮਨ ਮਹਿ ਧਿਆਏ, ਤੇ ਤੂੰ ਮਨ ਲਾ ਕਰਕੇ ਉਸ ਸੱਚੇ ਦੇ ਨਾਲ ਜੁੜਨਾ ਕਰ। ਛੋੜ ਸਗਲ ਸਿਆਣਪਾ ਸਾਚ ਸ਼ਬਦ ਲਿਵ ਲਾਇ ਰਹਾਉ। ਸਤਿਗੁਰੂ ਜੀ ਇਸ ਰਹਾਉ ਵਾਲੀ ਪੰਕਤੀ ਦੇ ਅੰਦਰ ਸਮਝਾਉਣਾ ਕਰਦੇ ਨੇ, ਛੋੜ ਸਗਲ ਸਿਆਣਪਾ ਸਾਚ ਸ਼ਬਦ ਲਿਵ ਲਾਏ, ਤੇ ਤੂੰ ਸੱਚੇ ਦੇ ਨਾਲ ਉਸ ਸੱਚੇ ਸ਼ਬਦ ਨੂੰ ਧਿਆਉਣਾ ਕਰ। ਸ਼ਬਦ ਗੁਰੂ ਹੈ, ਤੇ ਤੂੰ ਉਸ ਗੁਰੂ ਨੂੰ ਧਿਆਉਣਾ ਕਰ। ਤੂੰ ਆਪਣੀ ਮਤ ਛੱਡ ਦੇ, ਆਪਣੀਆਂ ਚਤੁਰਾਈਆਂ ਛੱਡ ਦੇ। ਚਤੁਰਾਈ ਕਿਨੇ ਨਾ ਪਾਇਆ, ਤੇ ਚਤੁਰਾਈ ਦੇ ਸਦਕਾ ਉਸ ਪਰਮਾਤਮਾ, ਉਸ ਅਕਾਲ ਪੁਰਖ, ਉਸ ਅੱਲਾ ਵਾਹਿਗੁਰੂ ਨਹੀਂ ਪਾਇਆ ਜਾ ਸਕਦਾ। ਜਪਜੀ ਸਾਹਿਬ ਦੇ ਅੰਦਰ ਪੜ੍ਹਦੇ ਆ, ਸ਼ੁਰੂ ਹੁੰਦਿਆਂ ਹੀ ਜਪਜੀ ਸਾਹਿਬ ਦੀਆਂ ਪੰਕਤੀਆਂ ਸਾਨੂੰ ਦਰਸਾਉਣਾ ਸ਼ੁਰੂ ਕਰ ਦਿੰਦੀਆਂ ਨੇ, ਜੀਵ ਤੂੰ ਸਿਰਜਣਹਾਰੇ ਤੋਂ ਇੱਕ ਪਲ ਵੀ ਪਰੇ ਨਹੀਂ, ਤੇ ਉਹ ਦੀਨ ਦੁਨੀਆ ਦਾ ਮਾਲਕ ਤੇਰੇ ਹਰ ਸਮੇਂ ਨਾਲ ਹੈ। ਸਿਆਣਪਾਂ ਦੀ ਬਾਤ ਕਰੀਏ ਤਾਂ ਸਤਿਗੁਰੂ ਜੀ ਜਪਜੀ ਸਾਹਿਬ ਦੇ ਅੰਦਰ ਸਾਨੂੰ ਸਿਆਣਪਾਂ ਕਹਿੰਦੇ, ਇੱਕ ਨਾ ਚੱਲੇ ਨਾਲ, ਤੇ ਇੱਕ ਵੀ ਸਿਆਣਪ ਤੁਹਾਡੀ ਨਾਲ ਨਹੀਂ ਜਾਂਦੀ, ਸਭ ਇੱਥੇ ਹੀ ਰਹਿ ਜਾਂਦੀਆਂ ਨੇ। ਤੁਸੀਂ ਵਿਦਿਆ ਪੜ੍ਹੋ, ਪਰ ਆਪਣੇ ਜੀਵਨ ਅੰਦਰ ਧਾਰਨ ਨਾ ਕਰੋ, ਫਿਰ ਆਪ ਜੀ ਦਾ ਵਿਦਿਆ ਪੜ੍ਹੇ ਦਾ ਕੋਈ ਮੁੱਲ ਨਹੀਂ। ਸਤਿਗੁਰੂ ਜੀ ਸਮਝਾਉਣਾ ਕਰਦੇ ਨੇ, ਛੋੜ ਸਗਲ ਸਿਆਣਪਾਂ, ਤੂੰ ਸਾਰੀਆਂ ਸਿਆਣਪਾਂ ਨੂੰ ਇੱਕ ਪਾਸੇ ਰੱਖ ਦੇ, ਤੇ ਗੁਰੂ ਦੀ ਮਤ ਧਾਰਨ ਕਰ ਲੈ। ਸਾਚ ਸ਼ਬਦ ਲਿਵ ਲਾਏ, ਤੇ ਉਹ ਸੱਚੇ ਸਿਰਜਣਹਾਰ ਦੇ ਨਾਲ ਤੂੰ ਸੁਰਤੀ ਬਿਰਤੀ ਜੋੜਨਾ ਕਰ। ਚਤੁਰਾਈ ਦੇ ਸਦਕਾ ਤੂੰ ਕਦੇ ਵੀ ਇਸ ਸ੍ਰਿਸ਼ਟੀ ਦੇ ਵਿੱਚੋਂ, ਇਸ ਮਾਤ ਲੋਕ ਦੇ ਵਿੱਚੋਂ ਤੇਰਾ ਪਾਰ ਉਤਾਰਾ ਨਹੀਂ ਹੋ ਸਕਦਾ। ਹਾਂ, ਤੂੰ ਮਾਇਆ ਦੇ ਸਦਕਾ ਖੁਸ਼ ਜ਼ਰੂਰ ਹੋ ਸਕਦਾ ਹੈ। ਇਸ ਮਾਇਆ ਦੀ ਖੇਡ ਦੇ ਸਦਕਾ ਤੇਰਾ ਮਨ ਭਰਮਾਇਆ ਜਾ ਸਕਦਾ ਹੈ, ਪਰ ਤੂੰ ਇਸ ਜਮਣ ਮਰਨ ਦੇ ਜਿਹੜੇ ਗੇੜ ਦੇ ਵਿੱਚ ਹੈ, ਆਵਾਗਮਨ ਦੇ ਵਿੱਚ ਹੈ, ਇਹਦੇ ਤੂੰ ਕਦੇ ਨਿਵਰਤੀ ਨਹੀਂ ਹੋ ਸਕਦੀ, ਤੇਰੀ ਮੁਕਤੀ ਨਹੀਂ ਹੋ ਸਕਦੀ। ਸਾ ਛੋੜ ਸਗਲ ਸਿਆਣਪਾ ਸਾਚ ਸ਼ਬਦ ਲਿਵ ਲਾਏ, ਤੇ ਤੂੰ ਸੱਚੇ ਦੇ ਨਾਲ ਆਪਣੀ ਸੁਰਤੀ ਬਿਰਤੀ ਨੂੰ ਜੋੜਨਾ ਕਰ। ਦੁੱਖ ਕਲੇਸ਼ ਨਾ ਭਉ ਵਿਆਪੈ, ਗੁਰ ਮੰਤਰ ਹਿਰਦੈ ਹੋਏ। ਤੇ ਸਤਿਗੁਰੂ ਜੀ ਸਮਝਾਉਣਾ ਕਰਦੇ ਨੇ, ਭਾਈ ਜਦੋਂ ਤੂੰ ਸੱਚੇ ਦੇ ਨਾਲ ਜੁੜੇਗਾ, ਤੇਰੇ ਹਿਰਦੇ ਦੇ ਅੰਦਰ ਉਹ ਸੱਚੇ ਸਿਰਜਣਹਾਰ ਦੀ ਸਿਫਤੋ ਸਲਾਹ ਹੋਵੇਗੀ, ਤੇ ਵਾਧੂ ਵਿਸ਼ੇ ਵਿਕਾਰ ਤੇਰੇ ਹਿਰਦੇ ਅੰਦਰ ਆ ਕੇ ਟਿਕ ਨਹੀਂ ਸਕਦੇ। ਤੇਰੇ ਦੁੱਖ ਕਲੇਸ਼ ਨੇ, ਜਮਣ ਮਰਨ ਵਾਲੇ ਨੇ, ਜਦੋਂ ਤੂੰ ਸੱਚੇ ਸਿਰਜਣਹਾਰ ਨੂੰ ਸਲਾਹੁੰਦਾ ਰਹੇਗਾ, ਗੁਰ ਮੰਤਰ ਗੁਰ ਉਪਦੇਸ਼ ਨੂੰ ਤੂੰ ਧਾਰਨ ਕਰਕੇ ਜਪਦਾ ਰਹੇਗਾ, ਤਾਂ ਇਹਦੇ ਸਦਕਾ ਜਿਹੜਾ ਤੇਰਾ ਜੀਵਨ ਹੈ ਉਹ ਅਤ ਨਿਰਮਲ ਹੋ ਜਾਣਾ ਹੈ। ਉਹ ਨਿਰਮਲ ਹੋਣ ਤੋਂ ਬਾਅਦ, ਭਾਵ ਕਿ ਜਦੋਂ ਸ਼ੁੱਧ ਹੋਇਆ, ਤਾਂ ਸੱਚਾ ਸਿਰਜਣਹਾਰ ਤੈਨੂੰ ਆਪਣੇ ਉਹਨਾਂ ਰੰਗਾਂ ਦੇ ਵਿੱਚ ਰੰਗ ਲਵੇਗਾ, ਜਿੱਥੇ ਨਾ ਤੈਨੂੰ ਭਉ ਲੱਗਦਾ, ਨਾ ਤੈਨੂੰ ਕੋਈ ਡਰ ਲੱਗਣਾ, ਨਾ ਤੈਨੂੰ ਜਨਮਾਂ ਜਨਮਾਂ ਦੇ ਵਿੱਚ ਭਟਕਣ ਵਾਲੀ ਬਾਤ ਹੋਣੀ ਹੈ। ਤੇ ਸੱਚੇ ਸਿਰਜਣਹਾਰ ਸਾਨੂੰ ਆਪਣੇ ਰੰਗਾਂ ਦੇ ਵਿੱਚ ਭੇਦ ਕਰਨ ਵਾਲੇ ਨੇ, ਤੇ ਸਮਝਾਉਣਾ ਕਰਦੇ ਨੇ, ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਹਿਰਦੇ ਦੇ ਅੰਦਰ ਤੂੰ ਗੁਰ ਉਪਦੇਸ਼, ਭਾਵ ਕਿ ਵਾਹਿਗੁਰੂ ਜਿਹੜਾ ਗੁਰਮੰਤਰ ਸਾਨੂੰ ਬਖਸ਼ਿਸ਼ ਕੀਤੀ ਹੈ, ਉਹ ਵਸਿਆ ਹੋਵੇ, ਤਾਂ ਫਿਰ ਤੁਹਾਨੂੰ ਜੰਮਣ ਮਰਨ ਦਾ ਜਿਹੜਾ ਦੁੱਖ ਹੈ, ਭਾਵ ਕਿ ਆਵਾਗਮਨ, ਅਵਿਦਿਆ, ਗਿਆਨ ਤੋਂ ਹੀਣਿਆਂ ਦਾ, ਪ੍ਰੇਮ ਦਾ, ਰਾਗ ਦੁਆਇਕ,
ਅਵਿਨੇਸ਼ਵ, ਜਿਹੜੇ ਇਹ 5 ਪ੍ਰਕਾਰ ਦੇ ਦੁੱਖ ਨੇ, ਇਹ ਕਲੇਸ਼ ਨੇ, ਇਹ ਆਪ ਜੀਆਂ ਦੇ ਸਭ ਦੂਰ ਹੋ ਜਾਣੇ ਨੇ। ਜਿਹੜੇ ਡਰ ਨੇ ਇਹ ਵੀ ਆਪ ਜੀਆਂ ਤੋਂ ਦੂਰ ਹੋ ਜਾਣੇ ਹਨ। ਕੋਟ ਜਤਨ ਕਰ ਰਹੇ ਗੁਰ ਬਿਨ ਤਰਿਓ ਨਾ ਕੋਏ। ਕੋਟ ਜਤਨਾ ਕਰ ਰਹੇ ਗੁਰ ਬਿਨ ਤਰਿਓ ਨਾ ਕੋਏ। ਤੇ ਸਤਿਗੁਰੂ ਜੀ ਸਾਨੂੰ ਸਮਝਾਉਣਾ ਕਰਦੇ ਨੇ, ਭਾਈ ਅਨੇਕਾਂ ਕਾਰਨ ਕਰਨ ਵਾਲੇ ਨੇ। ਕੋਈ ਜਪ ਕਰ ਰਿਹਾ, ਕੋਈ ਤਪ ਕਰ ਰਿਹਾ, ਕੋਈ ਧੂਣੀਆਂ ਤਪਦਾ, ਕੋਈ ਪੁੱਠੇ ਲਟਕ ਰਿਹਾ, ਕੋਈ ਪਾਣੀ ਦੇ ਵਿੱਚ ਹੈ, ਕੋਈ ਇੱਕ ਲੱਤ ਤੇ ਖੜਾ ਹੋ ਕੇ ਅਨੇਕਾਂ ਢੰਗ ਵਰਤ ਰਹੇ ਨੇ, ਪਰ ਪਾਰ ਉਤਾਰਾ ਉਹਨਾਂ ਸਦਕੇ ਨਹੀਂ ਹੋਣਾ। ਪਾਰ ਉਤਾਰਾ ਹੋਣਾ ਹੈ ਆਪ ਜੀ ਦਾ ਨਾਮ ਜਪਣ ਦੇ ਸਦਕੇ, ਗੁਰਬਾਣੀ ਦੇ ਰਸ ਦੇ ਸਦਕੇ, ਉਸ ਸੱਚੇ ਸਿਰਜਣਹਾਰ ਦੀ ਬਾਤ ਮੰਨ ਕੇ ਉਹਦੇ ਪ੍ਰੇਮ ਦੇ ਵਿੱਚ ਭਿੱਜ ਕੇ। ਕੋਟ ਜਤਨਾ ਕਰ ਰਹੇ, ਕਰੋੜਾਂ ਸਾਧਨ ਵਰਤ ਰਹੇ ਨੇ ਕਿ ਅਸੀਂ ਇਸ ਜੀਵਨ ਨੂੰ ਕਮਾ ਲਈਏ, ਇਸ ਜੀਵਨ ਦੇ ਵਿੱਚੋਂ ਅਸੀਂ ਉਹ ਮੁਕਤੀ ਵਾਲੇ ਮਾਰਗ ਤੇ ਚਲੇ ਜਾਈਏ, ਜਨਮਾਂ ਜਨਮਾਂਤਰਾਂ ਦੇ ਵਿੱਚੋਂ ਭਟਕਣਾ ਬੰਦ ਹੋ ਜਾਵੇ। ਕੱਲ ਅਸੀਂ ਇੱਕ ਕਥਾ ਵਿਚਾਰ ਦੇ ਅੰਦਰ ਬਾਤ ਕੀਤੀ ਸੀ ਤੇ ਰਾਜੇ ਨੇ ਕਿਹਾ ਸੀਗਾ ਮਹਾਂਪੁਰਖਾਂ ਨੂੰ ਕਿ ਗਦਾ ਤੇ ਸੰਤ ਜਦੋਂ ਦੋਨਾਂ ਨੇ ਮਰਨਾ ਹੈ, ਫਿਰ ਭਜਨ ਬੰਦਗੀ ਭਗਤੀ ਕਰਨ ਦੀ ਕੀ ਲੋੜ ਹੈ। ਇਸ ਬਾਬਤ ਕਥਾ ਵਿਚਾਰ ਹੋਈ ਸੀ ਤਾਂ ਸਾਧੂ ਪੁਰਸ਼ ਉਸ ਮਹਾਤਮਾ ਨੇ ਸਮਝਾਉਣਾ ਕੀਤਾ, ਭਾਈ ਜੋ ਭਜਨ ਬੰਦਗੀ ਕਰਕੇ ਇਸ ਦੀਨ ਦੁਨੀਆ ਦੇ ਵਿੱਚੋਂ ਸ੍ਰਿਸ਼ਟੀ ਦੇ ਵਿੱਚੋਂ ਜਾਂਦਾ ਹੈ, ਉਹਦਾ ਆਦਰ ਸਤਿਕਾਰ ਹੁੰਦਾ ਹੈ, ਵਡਿਆਈ ਹੁੰਦੀ ਹੈ। ਪਰ ਜਿਹੜਾ ਮਨ ਦੀ ਮਤ ਚਲਾ ਕੇ ਗਿਆ ਹੈ, ਮੰਦੇ ਕਰਮਾਂ ਦੇ ਸਦਕਾ ਰਿਹਾ ਹੈ, ਤੇ ਉਹਦਾ ਉੱਤੇ ਸਤਿਕਾਰ ਨਹੀਂ, ਉਹਦਾ ਬਾਰ-ਬਾਰ ਜੰਮਣ ਮਰਨ ਵਾਲਾ ਰਸਤਾ ਤੈਅ ਹੋ ਜਾਂਦਾ ਹੈ। ਤੇ ਸਤਿਗੁਰੂ ਜੀ ਸਮਝਾਉਣਾ ਕਰਦੇ ਨੇ, ਕੋਟ ਜਤਨਾ ਕਰ ਰਹੇ, ਕਰੋੜਾਂ ਸਾਧਨ ਵਰਤ ਕੇ, ਅਨੇਕਾਂ ਉਪਾਵ ਕਰਕੇ ਤੇ ਸਤਿਗੁਰੂ ਨੂੰ ਪਾਉਣ ਵਾਸਤੇ ਜਿਹੜਾ ਢੰਗ ਹੈ ਉਹ ਵਰਤਿਆ ਜਾਂਦਾ ਹੈ। ਪਰ ਸਤਿਗੁਰੂ ਸਮਝਾਉਣਾ ਕਰਦੇ ਨੇ, ਜਿੰਨਾ ਚਿਰ ਆਪ ਜੀ ਜ਼ਿੰਦਗੀ ਦੇ ਅੰਦਰ ਗੁਰ ਉਪਦੇਸ਼ ਧਾਰਨ ਨਹੀਂ ਕਰਦੇ, ਗੁਰੂ ਦੀ ਬਾਤ ਨੂੰ ਆਪ ਜੀ ਨਹੀਂ ਮੰਨਦੇ, ਉਤਨੀ ਦੇਰ ਤੱਕ ਆਪ ਜੀ ਦਾ ਪਾਰ ਉਤਾਰਾ ਨਹੀਂ ਹੋਣਾ। ਗੁਰ ਬਿਨ ਤਰਿਓ ਨਾ ਕੋਏ। ਤੇ ਇਸ ਸੰਸਾਰ ਸਮੁੰਦਰ ਬੇੜੇ ਦੇ ਵਿੱਚ ਜਿਹੜਾ ਚੱਪੂ ਰੂਪ ਹੋ ਕਰਕੇ ਸਹਾਈ ਹੋਣਾ, ਉਹ ਨਾਮ ਹੈ, ਜਿਹਦੇ ਸਦਕਾ ਆਪ ਜੀ ਇਸ ਪਾਣੀ ਰੂਪੀ ਜਿਹੜੇ ਪਦਾਰਥਾਂ ਨੂੰ ਤੈਅ ਕਰਦਿਆਂ ਉਸ ਕਿਨਾਰੇ ਤੇ ਪਹੁੰਚਣਾ, ਨਿਜ ਕਰ ਆਪ ਜੀ ਦਾ ਵਾਸਾ ਹੋਣਾ। ਦੇਖ ਦਰਸ਼ਨ ਮਨ ਸੁਧਾਰੈ, ਪਾਪ ਸਗਲੇ ਜਾਹੇ। ਸਤਿਗੁਰੂ ਜੀ ਸਮਝਾਉਣਾ ਕਰਦੇ ਨੇ, ਦੇਖ ਦਰਸ਼ਨ ਮਨ ਸਾਧਾਰੈ, ਪਾਪ ਸਗਲੇ ਜਾਹੇ। ਸਤਿਗੁਰੂ ਜੀ ਇੱਥੋਂ ਤੱਕ ਕਹਿੰਦੇ ਨੇ, ਭਾਈ ਆਪ ਜੀ ਟਹਿਲ ਕਮਾਉਣਾ ਕਰੋ ਤੇ ਦੇਖਾ ਹੀ ਪ੍ਰਵਾਨ। ਆਪ ਜੀ ਤੇ ਨਜ਼ਰ ਪੈਂਦੇ ਆ ਸਾਰ ਆਪ ਜੀ ਦੀ ਕੀਤੀ ਹੋਈ ਕਮਾਈ ਦੇ ਸਦਕਾ, ਆਪ ਜੀ ਦੇ ਜਾਪੇ ਹੋਏ ਨਾਮ ਦੇ ਸਦਕਾ, ਆਪ ਜੀ ਦੇ ਸਤਿਗੁਰੂ ਦੇ ਨਾਲ ਪ੍ਰੇਮ ਦੇ ਸਦਕਾ, ਇਸ ਜਹਾਨ ਦੇ ਅੰਦਰੋਂ ਆਪ ਜੀਆਂ ਦਾ ਪਾਰ ਉਤਾਰਾ, ਸੱਚੇ ਦੇ ਨਾਲ ਪ੍ਰੇਮ ਤੇ ਉਹ ਰੰਗ ਬਖਸ਼ਿਸ਼ ਹੋਣੇ ਨੇ, ਜਿਨ੍ਹਾਂ ਰੰਗਾਂ ਦੇ ਸਦਕਾ ਆਪ ਜੀਆਂ ਨੂੰ ਇਸ ਮਾਤ ਲੋਕ ਦੇ ਵਿੱਚ, ਉਸ ਪਰਲੋਕ ਦੇ ਵਿੱਚ ਵਡਿਆਈ ਮਿਲਣੀ ਹੈ। ਦੇਖ ਦਰਸ਼ਨ ਮਨ ਸਾਧਾਰੈ, ਤੇ ਸੱਚੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਕੇ ਹੀ ਜਿਹੜਾ ਮਨ ਹੈ ਉਹ ਸੁਧਰ ਜਾਂਦਾ ਹੈ। ਅਨੇਕਾਂ ਐਸੇ ਜੀਵ ਨੇ ਜਿਨ੍ਹਾਂ ਨੇ ਅਜੇ ਤੱਕ ਸਤਿਗੁਰੂ ਦੇ ਦਰਸ਼ਨ ਦੀਦਾਰੇ ਨਹੀਂ ਕੀਤੇ। ਇਹ ਵੀ ਨਹੀਂ ਪਤਾ ਕਿ ਸਾਡਾ ਗੁਰੂ ਕੌਣ ਹੈ, ਸਿਰਫ ਕੱਲਾ ਗੁਰੂ ਗ੍ਰੰਥ ਸਾਹਿਬ ਕਹਿ ਕੇ ਚੁੱਪ ਹੋ ਜਾਂਦੇ ਨੇ ਕਿ ਸਾਡਾ ਗੁਰੂ ਗ੍ਰੰਥ ਸਾਹਿਬ ਹੈ, ਪਰ ਇਹ ਨਹੀਂ ਪਤਾ ਕਿ ਉਸ ਤੋਂ ਅਗਲੀ ਅਵਸਥਾ ਕੀ ਹੈ। ਸਾਡਾ ਗੁਰੂ ਹੈ ਸ਼ਬਦ ਗੁਰੂ, ਤੇ ਸ਼ਬਦਾਂ ਦੇ ਉਸ ਸੰਗ੍ਰਹਿ ਦੇ ਸਦਕਾ, ਉਸ ਅਥਾਹ ਸਮੁੰਦਰ ਦੇ ਸਦਕਾ, ਜਿੱਥੇ ਸਾਨੂੰ ਉਹ ਸਾਰਾ ਸਮੁੰਦਰ
ਇੱਕ ਕੁਝੇ ਵਿੱਚ ਬੰਦ ਕਰਕੇ ਦੇ ਦਿੱਤਾ। ਭਾਵ ਕਿ ਜਦੋਂ ਅਸੀਂ ਕਹਿੰਦੇ ਹਾਂ ਸਾਰੀਆਂ ਬਾਤਾਂ ਦੀ ਇੱਕ ਬਾਤ, ਭਾਵ ਕਿ ਸਭ ਸਗਲ ਜਿਨੇ ਇਸ ਸ੍ਰਿਸ਼ਟੀ ਦੀ ਉਤਪਤੀ ਹੋਈ ਹੈ, ਜੋ ਜੀਵ ਵਸਦਾ ਹੈ, ਸਭ ਨੂੰ ਗਿਆਨ ਦੇਣ ਦੇ ਵਾਸਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਾਜ਼ਰ ਨਾਜ਼ਰ ਹੋਏ ਨੇ ਸਾਡੇ ਵਾਸਤੇ। ਅਸੀਂ ਸਿਰਫ ਦੂਰੋਂ ਦਰਸ਼ਨ ਦੀਦਾਰੇ ਕਰਦੇ ਹਾਂ, ਪਰ ਇੱਥੇ ਵੀ ਗੁਰੂ ਸਾਹਿਬ ਕਹਿੰਦੇ ਹੈ ਜਿਹੜੇ ਦੂਰੋਂ ਦਰਸ਼ਨ ਦੀਦਾਰੇ ਕਰਦੇ ਨੇ, ਪਾਰ ਉਤਾਰਾ ਉਹਨਾਂ ਦਾ ਵੀ ਹੋ ਜਾਂਦਾ ਹੈ। ਦੇਖ ਦਰਸ਼ਨ ਮਨ ਸਾਧਾਰ ਹੈ। ਕਿਉਂ? ਕਿਉਂਕਿ ਗੁਰੂ ਦੇ ਚਰਨਾਂ ਦੇ ਪਾਸ ਅਸੀਂ ਆਵਾਂਗੇ ਮਾੜੀ ਬਿਰਤੀ ਨੂੰ ਛੱਡ ਕੇ, ਮੰਦੇ ਕਰਮ ਨੂੰ ਛੱਡ ਕੇ, ਉਹ ਰਸਤਾ ਛੱਡ ਕੇ ਆਵਾਂਗੇ ਜਿਹੜੇ ਰਸਤੇ ਤੇ ਸਾਨੂੰ ਭਟਕਣਾ ਹੁੰਦੀ ਹੈ। ਫਿਰ ਅਸੀਂ ਜਦੋਂ ਦਰਸ਼ਨ ਦੀਦਾਰੇ ਕਰਾਂਗੇ ਸਾਡਾ ਮਨ ਸੁਧਰ ਜਾਣਾ ਹੈ। ਮਨ ਸੁਧਰਿਆ ਤਨ ਸੁਧਰਿਆ, ਤੇ ਜਦੋਂ ਮਨ ਤੇ ਤਨ ਦੋਵੇਂ ਸੁਧਰ ਗਏ ਫਿਰ ਅਸੀਂ ਉਹ ਸਿਰਜਣਹਾਰੇ ਦੇ ਨੇੜੇ ਹੋ ਜਾਵਾਂਗੇ, ਭਾਵ ਕਿ ਉਹਦੀ ਵਡਿਆਈ ਵਾਲੇ ਹੋ ਜਾਵਾਂਗੇ। ਸਤਿਗੁਰੂ ਸਮਝਾਉਣਾ ਕਰਦੇ ਨੇ ਪਾਪ ਸਗਲੇ ਜਾਹੇ। ਤੇ ਜਦੋਂ ਗੁਰੂ ਦੇ ਦਰਸ਼ਨ ਦੀਦਾਰੇ ਕਰਾਂਗੇ, ਸਿਰਫ ਦਰਸ਼ਨ ਦੀਦਾਰੇ ਕਰਨ ਦੇ ਸਦਕਾ ਸਾਡੇ ਜਿਹੜੇ ਸਾਰੇ ਪਾਪ ਨੇ ਉਹ ਮਿਟਦੇ ਨੇ। ਤੇ ਸਤਿਗੁਰੂ ਜੀ ਫਰਮਾਨ ਦੇ ਕਰਕੇ ਸਮਝਾਉਣਾ ਕਰਦੇ ਨੇ ਇਸ ਪੰਕਤੀ ਦੇ ਬਾਬਤ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਵਾਸ ਨ ਪਰਿਆ ਰੇ। ਸਤਿਗੁਰੂ ਜੀ ਇਸ ਪੰਕਤੀ ਦੇ ਅੰਦਰ, ਫੁਰਮਾਨ ਵਾਲੀ ਪੰਕਤੀ ਦੇ ਅੰਦਰ ਸਮਝਾਉਣਾ ਕਰਦੇ ਨੇ, ਮੈਂ ਮੂਰਖ ਕੀ ਕੇਤਕ ਬਾਤ ਹੈ। हे ਗਰੀਬ ਨਿਵਾਜ ਪਾਤਸ਼ਾਹ, ਮੇਰੇ ਮੂਰਖ ਦੀ ਕਿੱਡੀ ਵੱਡੀ ਗੱਲ ਹੈ ਜਦੋਂ ਤੇਰੇ ਸਦਕਾ ਕਰੋੜਾਂ ਪਾਪੀ ਤਰ ਗਏ ਨੇ। ਅਜਾਮਲ ਵਰਗੇ ਪਾਪੀ ਜਿਹੜੇ ਮਾਸ ਖਾਂਦੇ ਸੀ, ਪਕਾਉਂਦੇ ਸੀ, ਪਾਪ ਕਰਦੇ ਸੀ, ਜਦੋਂ ਉਹ ਤਰ ਸਕਦੇ ਨੇ, ਗਨਕਾ ਵਰਗੀ ਵੇਸ਼ਵਾ ਤਰ ਸਕਦੀ ਹੈ, ਅਨੇਕਾਂ ਮੰਦੇ ਕਰਮ ਕਰਨ ਵਾਲੇ ਤਰ ਸਕਦੇ ਨੇ, ਤੇ ਮੇਰੀ ਮੂਰਖ ਦੀ ਕਿੱਡੀ ਵੱਡੀ ਬਾਤ ਹੈ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਤੇ ਜਿਨ੍ਹਾਂ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉਹਨਾਂ ਦੇ ਉਪਦੇਸ਼ ਨੂੰ, ਭਾਵ ਕਿ ਦੀਨ ਦੁਨੀਆ ਦੇ ਮਾਲਕ ਦੇ ਉਪਦੇਸ਼ ਨੂੰ ਜਿਨ੍ਹਾਂ ਨੇ ਸੁਣਿਆ ਤੇ ਅੱਖਾਂ ਰਾਹੀਂ ਗੁਰੂ ਦੇ ਦਰਸ਼ਨ ਦੀਦਾਰੇ ਕੀਤੇ ਨੇ, ਸੇ ਫਿਰ ਗਰਭਾਸ ਨਾ ਪਰਿਆ ਰੇ। ਜਦੋਂ ਗਰਭ ਦੇ ਅੰਦਰ ਦੁਬਾਰਾ ਨਹੀਂ ਪਏਗਾ ਤਾਂ ਇਹ ਜਾਣੋ ਕਿ ਉਹ ਮੁਕਤ ਹੋ ਗਿਆ, ਉਹਦਾ ਜੰਮਣ ਮਰਨ ਕੱਟਿਆ ਗਿਆ। ਸਤਿਗੁਰੂ ਸਮਝਾਉਣਾ ਕਰਦੇ ਨੇ ਸਾਨੂੰ ਕਿ ਭਾਈ ਤੂੰ ਦਰਸ਼ਨ ਦੀਦਾਰੇ ਕਰਨ ਦੇ ਵਾਸਤੇ ਆ ਜਾਇਆ ਕਰ। ਇੱਕ ਬਾਤ ਆਪ ਜੀਆਂ ਨਾਲ ਸਾਂਝੀ ਕਰਦੇ ਆ, ਜੇ ਕਿਸੇ ਨੂੰ ਕਹੀਏ ਭਾਈ ਤੂੰ ਗੁਰੂ ਘਰ ਜਾਇਆ ਕਰ, ਤਾਂ ਕਹੂ ਸਾਡੇ ਕਰਮਾਂ 'ਚ ਹੀ ਨਹੀਂ। ਸਾਡੇ ਕਰਮਾਂ 'ਚ ਕਿੱਥੇ ਹੈ? ਤੇ ਉਸ ਨੂੰ ਇੱਕ ਬਾਤ ਚੇਤੇ ਕਰਾ ਦਈਏ, ਘੱਟੋ ਘੱਟ ਤੁਸੀਂ ਗੁਰੂ ਸਾਹਿਬ ਦੇ ਪਾਸ ਉਹ ਕਰਮਾਂ ਦੇ ਵਿੱਚ ਹੋਣਾ ਹੀ ਮੰਗਣ ਆ ਜਾਇਆ ਕਰੋ। ਕਿਸੇ ਨੂੰ ਕਹੀਏ ਭਾਈ ਤੂੰ ਅੰਮ੍ਰਿਤ ਛਕ ਲੈ, ਸਾਡੇ ਕਰਮ ਕਿੱਥੇ, ਅਸੀਂ ਇੰਨਾ ਚੰਗਾ ਕਿੱਥੇ ਕੀਤਾ, ਤੂੰ ਉਹ ਚੰਗਾ ਹੀ ਮੰਗਣ ਵਾਸਤੇ ਆ ਜਾ ਕਰ। ਭਾਈ ਗੁਰੂ ਘਰ ਆ ਤਾਂ ਜਾਇਆ ਕਰ ਗੁਰੂ ਦੇ ਦਰਸ਼ਨ ਦੀਦਾਰੇ ਕਰਨ ਦੇ ਵਾਸਤੇ। ਗੁਰੂ ਸਾਹਿਬ ਸਮਝਾਉਣਾ ਕਰਦੇ ਨੇ, ਦੇਖ ਦਰਸ਼ਨ ਮਨ ਸਾਧਾਰ ਹੈ। ਕੱਲੇ ਦਰਸ਼ਨਾਂ ਦੇ ਸਦਕਾ ਤੇਰਾ ਮਨ ਸੁਧਰਦਾ ਹੈ, ਫਿਰ ਤੂੰ ਢਿੱਲ ਨਾ ਕਰ। ਜਦੋਂ ਤੇਰੇ ਮਨ ਦੇ ਅੰਦਰ ਸੱਚੇ ਦੀ ਲਿਵ ਜੁੜਦੀ ਹੈ, ਇਹ ਜਿੰਦ ਨਿਵਾਣੀਏ ਇੱਕ ਪਲ ਵੀ ਢਿੱਲ ਨਾ ਕਰ ਤੂੰ ਨਾਮ ਜਪਣ ਦੇ ਵਿੱਚ। ਜਦੋਂ ਨਾਮ ਜਪਣ ਸਦਕਾ ਤੇਰਾ ਭਾਈ ਪਾਰ ਉਤਾਰਾ ਹੁੰਦਾ ਹੈ, ਫਿਰ ਤੂੰ ਇੱਕ ਪਲ ਵੀ ਢਿੱਲ ਨਾ ਕਰ, ਕਿਉਂਕਿ ਤੇਰਾ ਪਾਰ ਉਤਾਰਾ ਬਾਰ-ਬਾਰ ਜੰਮਣ ਮਰਨਾ ਭਟਕਣਾ, ਅਗਿਆਨਤਾ ਵਸ ਹੋ ਕਰਕੇ, ਅਵਿਦਿਆ ਵਸ ਹੋ ਕਰਕੇ ਅਨੇਕਾਂ ਮੰਦੇ ਕਰਮ ਕਮਾਉਣੇ ਹੈ। ਤੇ ਸਤਿਗੁਰੂ ਕਹਿੰਦੇ ਭਾਈ ਤੂੰ ਦਰਸ਼ਨ ਦੀਦਾਰਿਆਂ ਦੇ ਸਦਕਾ ਹੀ ਤਰ ਜਾਵੇਂਗਾ। ਤੂੰ ਦਰਸ਼ਨ ਦੀਦਾਰੇ ਕਰਨ ਆ ਜਾਇਆ ਕਰ, ਤੇਰੇ ਜਿੰਨੇ ਵੀ ਪਾਪ ਨੇ, ਮੰਦੇ ਕਰਮ ਨੇ, ਸਾਰੇ ਉਤਰ ਜਾਣਗੇ। ਹਉ ਤਿਨ ਕਿਆ ਬਲਹਾਰਨ, ਜੇ ਗੁਰ ਕੀ ਪੈਰੀ ਪਾਹੇ। ਤੇ ਸਤਿਗੁਰੂ ਜੀ ਸਮਝਾਉਣਾ ਕਰਦੇ ਆ, ਭਾਈ ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਆ ਜਿਹੜੇ ਸਤਿਗੁਰੂ ਦੇ ਚਰਨਾਂ ਤੇ ਆ ਕਰਕੇ ਨਤਮਸਤਕ ਹੁੰਦੇ ਨੇ, ਭਾਵ ਕਿ ਗੁਰੂ ਦਾ ਬਖਸ਼ਿਆ ਉਪਦੇਸ਼ ਕਮਾਉਣਾ ਕਰਦੇ ਨੇ। ਜੀਵਨ ਅੰਦਰ ਉਹ ਸਿੱਖਿਆ ਧਾਰਨ ਕਰਦੇ ਆ ਕਿ ਅਸੀਂ ਧਰਮ ਤੋਂ ਬਿਨਾਂ ਨਹੀਂ,
ਅਨੇਕਾਂ ਐਸੇ ਜੀਵ ਨੇ ਜਿਹੜੇ ਕਹਿੰਦੇ ਆ ਸਾਨੂੰ ਅੰਮ੍ਰਿਤ ਛਕਣ ਦੀ ਲੋੜ ਨਹੀਂ, ਅਸੀਂ ਕੋਈ ਮੰਦਾ ਕਰਮ ਨਹੀਂ ਕਰਦੇ, ਸਾਨੂੰ ਜ਼ਰੂਰਤ ਨਹੀਂ ਅੰਮ੍ਰਿਤ ਛਕਣ ਦੀ। ਪਰ ਇੱਕ ਬਾਤ ਆਪ ਜੀ ਧਿਆਨ ਦੇ ਨਾਲ ਸੁਣਨਾ, ਜਿਸ ਨੇ ਅੰਮ੍ਰਿਤ ਦੀ ਰਚਨਾ ਕੀਤੀ ਹੈ, ਸਰਵੰਸ ਦਾਨੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਫਿਰ ਉਹਨਾਂ ਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਸੀ? ਜੇ ਅੰਮ੍ਰਿਤ ਤੋਂ ਬਿਨਾਂ ਪਾਰ ਉਤਾਰਾ ਹੁੰਦਾ ਤੇ ਉਹਨਾਂ ਨੂੰ ਖੁਦ ਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਸੀ? ਉਹ ਤਾਂ ਅੰਮ੍ਰਿਤ ਦੇ ਸਿਰਜਣਹਾਰ ਨੇ। ਇਹ ਇੱਕ ਵੱਡਾ ਵਹਿਮ ਪਾਲਿਆ ਹੈ। ਅਸੀਂ ਸੇਵਾ ਕਰਕੇ, ਅਸੀਂ ਗੁਰੂ ਘਰ ਅੰਦਰ, ਕਿਸੇ ਮੰਦਰ ਦੇ ਅੰਦਰ, ਕਿਸੇ ਮਸਜਿਦ ਦੇ ਅੰਦਰ, ਹੋਰ ਜਿੰਨੇ ਵੀ ਧਾਰਮਿਕ ਸਥਾਨ ਨੇ, ਉੱਥੇ ਅਸੀਂ ਸੇਵਾ ਕਰਾਂਗੇ, ਪਰ ਮਨ ਦੀ ਇੱਛਾ ਪੂਰੀ ਹੋਵੇਗੀ। ਜੋ ਅਸੀਂ ਮਨ ਦੇ ਅੰਦਰ ਇੱਛਾ ਧਾਰਨ ਕਰਦੇ ਹਾਂ ਕਿਸੇ ਪ੍ਰਾਪਤੀ ਦੇ ਵਾਸਤੇ, ਪਰ ਗੁਰੂ ਧਾਰੇ ਤੋਂ ਬਿਨਾਂ, ਗੁਰੂ ਦੀ ਟਹਿਲ ਕਮਾਏ ਤੋਂ ਬਿਨਾਂ ਸਾਡੀ ਮੁਕਤੀ ਨਹੀਂ, ਤੇ ਸਾਨੂੰ ਇਸ ਜੀਵਨ ਦਾ ਮੁੱਲ ਨਹੀਂ ਮਿਲਦਾ। ਸਤਿਗੁਰੂ ਜੀ ਸਮਝਾਉਣਾ ਕਰਦੇ ਨੇ, ਹਾਂ ਤਿੰਨ ਬਲਿਹਾਰਣ ਹੈ, ਮੈਂ ਉਹਨਾਂ ਤੋਂ ਬਲਿਹਾਰੇ ਜਾਣਾ, ਉਹਨੇ ਪਿਆਰਿਆਂ ਤੋਂ ਕੁਰਬਾਨ ਜਾਣਾ, ਜੇ ਗੁਰ ਕੀ ਪੈਰੀ ਪਾਏ। ਤੇ ਜਿਨ੍ਹਾਂ ਨੇ ਗੁਰੂ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕੀਤਾ, ਗੁਰੂ ਵਾਲੇ ਬਣੇ ਨੇ, ਗੁਰੂ ਉਪਦੇਸ਼ ਨੂੰ ਧਾਰਨ ਕੀਤਾ, ਗੁਰੂ ਦੀ ਟਹਿਲ ਕਮਾਈ ਹੈ, ਤੇ ਗੁਰ ਉਪਦੇਸ਼ ਦੇ ਸਦਕਾ ਸਤਿਗੁਰਾਂ ਦੇ ਉਸ ਬਚਨ ਨੂੰ ਮੰਨਣਾ ਕੀਤਾ, ਆਪ ਨਾਮ ਜਪਣਾ ਤੇ ਦੂਸਰਿਆਂ ਨੂੰ ਜਪਾਉਣਾ ਕੀਤਾ ਹੈ। ਸਤਿਗੁਰੂ ਜੀ ਇਹੋ ਜਿਹੇ ਪਿਆਰਿਆਂ ਤੋਂ ਬਲਿਹਾਰੇ ਜਾਂਦੇ ਹਨ। ਸਾਧ ਸੰਗਤ ਮਨ ਵਸੈ, ਸਾਚ ਹਰਿ ਕਾ ਨਾਉ। ਤੇ ਸਤਿਗੁਰੂ ਜੀ ਸਮਝਾਉਣਾ ਕਰਦੇ ਨੇ, ਸਾਧ ਸੰਗਤ ਮਨ ਵਸੈ, ਸਾਚ ਹਰਿ ਕਾ ਨਾਉ। ਤੇ ਸਤਿਗੁਰੂ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰਕੇ ਸਮਝਾਉਣਾ ਕਰਦੇ ਨੇ, ਜੀਵ ਜਿਹੜੇ ਸਾਧੂ ਜਾਣੇ, ਆਪ ਜੀ ਵੀ ਸਾਧੂ ਜਾਣੋ, ਜਿਹੜੇ ਗੁਰੂ ਦੀ ਸੰਗਤ ਕਰ ਰਹੇ ਹੋ, ਆ ਕੇ ਅੰਮ੍ਰਿਤ ਵੇਲੇ ਇਸ ਸਰੀਰ ਨੂੰ, ਭਾਵ ਕਿ ਇਸ ਮਨ ਨੂੰ ਤੇ ਤਨ ਨੂੰ, ਦੋਨਾਂ ਦੀ ਆਪ ਸੰਭਾਲ ਕਰ ਰਹੇ ਹੋ। ਬਾਹਰੋਂ ਆਪ ਜੀਆਂ ਨੇ ਸਰੀਰ ਨੂੰ ਪਾਣੀ ਦੇ ਨਾਲ ਧੋਤਾ ਹੈ, ਤੇ ਅੰਦਰੋਂ ਮਨ ਨੂੰ ਗੁਰਬਾਣੀ ਦੇ ਨਾਲ ਆਪ ਜੀ ਧੋ ਰਹੇ ਹੋ, ਭਾਵ ਕਿ ਆਪ ਜੀਆਂ ਦਾ ਜਿਹੜਾ ਵਿਕਾਸ ਹੈ ਉਹ ਦੂਰਾ ਹੋ ਰਿਹਾ ਹੈ। ਤੇ ਸਤਿਗੁਰੂ ਸਮਝਾਉਣਾ ਕਰਦੇ ਨੇ, ਭਾਈ ਸਾਧ ਸੰਗਤ ਮਨ ਵਸੈ। ਜਦੋਂ ਆਪ ਜੀ ਕਿਸੇ ਸਾਧੂ ਦੀ ਸੰਗਤ ਕਮਾਉਨੇ ਹੋ, ਉੱਥੇ ਵੀ ਗੁਰੂ ਦੀ ਬਾਤ ਹੁੰਦੀ ਹੈ, ਤੇ ਆਪ ਦੇ ਹਿਰਦੇ ਅੰਦਰ ਉਹ ਸਤਿਗੁਰੂ ਆਪ ਵਸਦਾ ਹੈ। ਪਰ ਇਸ ਵਕਤ ਆਪ ਜੀ ਗੁਰੂ ਦੀ ਸੰਗਤ ਕਰ ਰਹੇ ਹੋ, ਗੁਰ ਉਪਦੇਸ਼ ਆਪ ਜੀਆਂ ਨੂੰ ਸ਼ਰਵਣ ਹੋ ਰਿਹਾ ਹੈ, ਤੇ ਆਪ ਜੀ ਇਸ ਉਪਦੇਸ਼ ਨੂੰ ਕਮਾਉਣਾ ਕਰੋ, ਤਾਂ ਜੋ ਉਹ ਸੱਚਾ ਸਿਰਜਣਹਾਰ ਆਪ ਜੀਆਂ ਦੇ ਹਿਰਦੇ ਅੰਦਰ ਵਸ ਜਾਵੇ, ਔਰ ਹਿਰਦੇ ਅੰਦਰ ਵਸ ਕਰਕੇ ਆਪ ਨੂੰ ਨਾਮ ਦੀ ਦਾਤ ਦੇਵੇ। ਸਾਚ ਹਰਿ ਕਾ ਨਾਉ। ਤੇ ਸੱਚੇ ਸਿਰਜਣਹਾਰ, ਉਹ ਦੀਨ ਦੁਨੀਆ ਦੇ ਮਾਲਕ ਦਾ ਜਿਹੜਾ ਨਾਮ ਹੈ, ਭਾਵ ਕਿ ਉਹਦੀ ਬਖਸ਼ਿਸ਼ਾ, ਉਹਦੇ ਗੁਣ ਸਾਨੂੰ ਮਿਲਦੇ ਨੇ, ਉਹ ਸੱਚੇ ਨੇ, ਸੱਚਾ ਹਰਿ ਕਾ ਨਾਉ। ਤੇ ਗੁਰੂ ਸਾਹਿਬ ਸਾਨੂੰ ਸਮਝਾਉਣਾ ਕਰਦੇ ਆ, ਭਾਈ ਉਸ ਪਰਮੇਸ਼ਵਰ ਦਾ ਜਿਹੜਾ ਨਾਮ ਹੈ, ਉਹ ਆ ਕਰਕੇ ਮਨ ਦੇ ਵਿੱਚ ਵਸਦਾ ਹੈ। ਸੇਵ ਡਪਾਗੀ ਨਾਨਕਾ, ਜਿਨਾ ਮਨ ਇਹੋ ਭਾਉ। ਤੇ ਸਤਿਗੁਰੂ ਜੀ ਸਾਨੂੰ ਅਖੀਰ ਦੇ ਵਿੱਚ ਉਪਦੇਸ਼ ਬਖਸ਼ਿਸ਼ ਕਰਕੇ ਸਮਝਾਉਣਾ ਕਰਦੇ ਆ, ਭਾਈ ਇਸ ਅਖੀਰਲੀ ਪੰਕਤੀ ਦੇ ਅੰਦਰ, ਸੇਵ ਡਪਾਗੀ ਨਾਨਕਾ। ਧੰਨ ਸ਼੍ਰੀ ਨਾਨਕ, ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਮਝਾਉਣਾ ਕਰਦੇ ਆ, ਭਾਈ ਉਹ ਧੰਨ ਨੇ, ਵੱਡੇ ਭਾਗਾਂ ਵਾਲੇ ਨੇ, ਕਿਹੜੇ? ਜਿਨ੍ਹਾਂ ਮਨ ਇਹੋ ਭਾਉ, ਤੇ ਜਿਨ੍ਹਾਂ ਦੇ ਅੰਦਰ ਉਹ ਸੱਚੇ ਦਾ ਪ੍ਰੇਮ ਹੈ, ਜਿਹੜੇ ਉਸ ਸੱਚੇ ਸਿਰਜਣਹਾਰ ਦੇ, ਉਸ ਬਖਸ਼ੀ ਹੋਈ ਦਾਤ ਦੇ ਨਾਲ ਜੁੜੇ ਨੇ, ਜਿਨ੍ਹਾਂ ਦੇ ਅੰਦਰ ਪ੍ਰੇਮ ਦਾ ਇਹ ਪ੍ਰਕਾਸ਼ ਹੋਇਆ ਹੈ, ਇਹ ਗਿਆਨ ਰੂਪੀ ਚਾਨਣ ਹੋਇਆ ਹੈ, ਤੇ ਜਿਨ੍ਹਾਂ ਨੇ ਮਨ ਦੇ ਵਿੱਚ ਉਸ ਸੱਚੇ ਸਿਰਜਣਹਾਰ ਦੇ ਪ੍ਰਤੀ ਪ੍ਰੇਮ ਧਾਰਨ ਕੀਤਾ ਹੈ, ਪ੍ਰੇਮ ਭਾਵਨਾ ਜਿਨ੍ਹਾਂ ਦੇ ਮਨ ਦੇ ਅੰਦਰ। ਤੇ ਸਤਿਗੁਰੂ ਜੀ ਸਾਨੂੰ ਅਨੇਕਾਂ ਦਾਤਾਂ ਦੇ ਕਰਕੇ ਨਿਵਾਜ ਰਹੇ ਨੇ। ਫੁਰਮਾਨ ਦੇ ਅੰਦਰ ਸਮਝਾਉਣਾ ਕੀਤਾ, ਵੱਡੇ ਭਾਗਾਂ ਵਾਲੇ ਨੇ ਉਹ, ਜਿਹੜੇ ਗੁਰੂ ਦੀ ਸੰਗਤ, ਗੁਰਬਾਣੀ ਦੇ ਨਾਲ ਪ੍ਰੇਮ, ਨਾਮ ਦੇ ਰਸੀਏ ਨੇ, ਜਿਹੜੇ ਆ ਕਰਕੇ ਸਤਿਗੁਰੂ ਦੀ ਟਹਿਲ ਕਮਾਉਂਦੇ ਨੇ, ਦਰਸ਼ਨ ਦੀਦਾਰੇ ਗੁਰੂ ਦੇ ਕਰਦੇ ਨੇ, ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਨੇ।
ਤੇ ਇਸ ਸਰੀਰ ਤਾਈਂ ਭਾਵ ਕਿ ਇਸ ਤਨ ਮਨ ਇਹਨਾਂ ਦੋਨਾਂ ਤਾਈਂ ਸਤਿਗੁਰੂ ਦੇ ਪਾਸ ਅਰਪਿਤ ਕਰਦੇ ਨੇ। ਧਨ ਦੀ ਸਾਨੂੰ ਲੋੜ ਹੈ, ਧਨ ਤਾਂ ਸਤਿਗੁਰੂ ਆਪ ਦੇਣ ਵਾਲੇ ਨੇ, ਉਹਦੇ ਬਿਨਾਂ ਸਾਡਾ ਜੀਵਨ ਨਹੀਂ ਚੱਲਣਾ। ਤੇ ਜਿਹੜੇ ਤਨ ਤੇ ਮਨ ਸਤਿਗੁਰੂ ਦੇ ਕਾਰਜ ਦੇ ਵਿੱਚ ਲਾਉਂਦੇ ਆ, ਜਿਸ ਤਰ੍ਹਾਂ ਆਪਣੇ ਦਰਬਾਰ ਸਾਹਿਬ ਦਾ ਕਾਰਜ ਚੱਲ ਰਿਹਾ ਹੈ, ਉੱਥੇ ਅਸੀਂ ਤਨ ਕਰਕੇ ਸੇਵਾ ਕਰੀਏ ਤੇ ਨਾਮ ਮਨ ਕਰਕੇ ਜਪੀਏ ਤਾਂ ਸਾਡਾ ਇਸ ਸ੍ਰਿਸ਼ਟੀ ਤੋਂ ਪਾਰ ਉਤਾਰਾ ਹੋਣਾ ਨਿਸ਼ਚਿਤ ਹੈ। ਤੇ ਜੇਕਰ ਅਸੀਂ ਮਨ ਦੀ ਬਾਤ ਮੰਨਾਂਗੇ ਫਿਰ ਮਨ ਦੇ ਕਰਕੇ ਅਸੀਂ ਭਟਕਣਾ ਦੇ ਵਿੱਚ ਪੈ ਜਾਣਾ ਹੈ। ਵਾਰ-ਵਾਰ ਐਸੇ ਸਾਡੇ ਰਸਤੇ ਬਣਨੇ ਨੇ ਜਿਹਦੇ ਵਿੱਚ ਅਸੀਂ ਜੇਕਰ ਗੁਰੂ ਦੀ ਬਾਤ ਨਹੀਂ ਮੰਨਦੇ ਤਾਂ ਸਾਡਾ ਪਾਰ ਉਤਾਰਾ ਹੋਣਾ ਅਸੰਭਵ ਹੈ। ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਸਮਾਂ ਬਖਸ਼ਿਸ਼ ਕੀਤਾ। ਆਪ ਜੀ ਭਾਗਾਂ ਵਾਲੇ ਹੋ, ਗੁਰਬਾਣੀ ਦੇ ਨਾਲ ਆਪ ਜੀ ਦਾ ਪ੍ਰੇਮ ਸਤਿਗੁਰੂ ਕਿਰਪਾ ਕਰਨ, ਨਾਮ ਦੇ ਰਸੀ ਆਪ ਜੀ ਨੂੰ ਬਣਾਉਣ, ਸਦਾ ਸਦਾ ਬੇਅੰਤ ਦਾਤਾਂ ਦੇ ਕਰਕੇ ਨਿਵਾਜਣ। ਗੁਰਬਾਣੀ ਪੜ੍ਹਦਿਆਂ ਸੁਣਦਿਆਂ ਆਪ ਜੀ ਨਾਲ ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਨ। ਅੱਗੇ ਤੋਂ ਸੁਧ ਜਾਪ, ਸੁਧ ਪਾਠ, ਸੁਧ ਗੁਰਬਾਣੀ ਪੜ੍ਹਨ ਸੁਣ ਔਰ ਵਿਚਾਰ ਕਰਨ ਦੇ ਬਲ ਉਦੋਂ ਬਖਸ਼ਿਸ਼ ਕਰਨ। ਸਭ ਨੂੰ ਗੁਰੂ ਦੀ ਸੰਗਤ, ਗੁਰੂ ਦਾ ਪ੍ਰੇਮ ਪ੍ਰਾਪਤ ਹੋਵੇ। ਸਦਾ